ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਅੱਜ ਆਪਾਂ ਤੁਹਾਡੀ ਵਿਆਕਰਨ ਦਾ ਟੌਪਿਕ ਕਰਾਂਗੇ ਤਸਵੀਰ ਵਰਣਨ। ਇਸ ਨੂੰ ਚਿੱਤਰ ਵਰਣਨ, ਦ੍ਰਿਸ਼ ਦੇ ਆਧਾਰ 'ਤੇ ਵਰਣਨ ਵੀ ਆਖਦੇ ਹਨ। ਇੰਗਲਿਸ਼ ਵਿੱਚ ਇਹਨੂੰ ਪਿਕਚਰ ਜਾਂ ਸੀਨ ਡਿਸਕ੍ਰਿਪਸ਼ਨ ਕਿਹਾ ਜਾਂਦਾ ਹੈ। ਬੇਟਾ ਇਹ ਜਿਹੜਾ ਟੌਪਿਕ ਹੈ 6 ਤੋਂ ਲੈ ਕੇ 10 ਤੱਕ ਸਾਰੀਆਂ ਕਲਾਸਾਂ ਵਿੱਚ ਆਉਂਦਾ ਹੈ। ਇਹ ਵਿਸ਼ਾ ਬਹੁਤ ਸੌਖਾ ਹੁੰਦਾ ਹੈ। ਥੋੜ੍ਹਾ ਜਿਹਾ ਧਿਆਨ ਦੇ ਕੇ, ਥੋੜ੍ਹੀ ਜਿਹੀ ਕਲਾਤਮਕ ਸੋਚ ਨਾਲ, ਕ੍ਰੀਏਟਿਵ ਥਿੰਕਿੰਗ ਨਾਲ ਤੁਸੀਂ ਵਧੀਆ ਨੰਬਰ ਲੈ ਸਕਦੇ ਹੋ। ਬੇਟਾ ਹੁਣ ਆਪਾਂ ਗੱਲ ਕਰਾਂਗੇ ਕਿ ਚਿੱਤਰ ਵਰਣਨ ਕੀ ਹੁੰਦਾ ਹੈ। ਕੋਈ ਵੀ ਚਿੱਤਰ ਕਿਸੇ ਦ੍ਰਿਸ਼, ਘਟਨਾ, ਸਥਾਨ, ਵਿਅਕਤੀ ਜਾਂ ਕਿਸੇ ਸਮੱਸਿਆ ਆਦਿ ਨੂੰ ਦਰਸਾ ਰਿਹਾ ਹੁੰਦਾ ਹੈ। ਇਸ ਲਈ ਕਿਸੇ ਵੀ ਚਿੱਤਰ ਨੂੰ ਵੇਖ ਕੇ ਹਰ ਵਿਅਕਤੀ ਦੇ ਮਨ ਵਿੱਚ ਉਸ ਚਿੱਤਰ ਬਾਰੇ ਕੋਈ ਨਾ ਕੋਈ ਵਿਚਾਰ ਮਨ ਵਿੱਚ ਆ ਜਾਂਦਾ ਹੈ। ਹਰ ਕੋਈ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਕਿਸੇ ਚਿੱਤਰ ਨੂੰ ਵੇਖਦਾ, ਪਰਖਦਾ ਹੈ। ਫਿਰ ਆਪਣੇ ਅਨੁਭਵ ਨੂੰ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਬਿਆਨ ਕਰਕੇ ਲਿਖਣ ਕੌਸ਼ਲਤਾ ਪ੍ਰਗਟ ਕਰਦਾ ਹੈ। ਇਸ ਨਾਲ ਵਿਅਕਤੀ ਦੀ ਸਿਰਜਣਾਤਮਕ ਸ਼ਕਤੀ, ਵਸਤਾਂ ਨੂੰ, ਦ੍ਰਿਸ਼ਾਂ ਨੂੰ, ਚਿੱਤਰਾਂ ਨੂੰ ਵੇਖਣ ਦੀ ਸਮਰੱਥਾ ਅਤੇ ਲਿਖਣ ਕੌਸ਼ਲਤਾ ਨੂੰ ਪਰਖਿਆ ਜਾਂਦਾ ਹੈ। ਦੇਖਿਆ ਜਾਵੇ ਤਾਂ ਚਿੱਤਰ ਵਰਣਨ ਕਿਸੇ ਕਲਾ ਤੋਂ ਘੱਟ ਨਹੀਂ ਹੁੰਦਾ। ਅਤੇ ਚਿੱਤਰ ਵਰਣਨ ਕਰਨ ਲੱਗਿਆਂ ਕੁਛ ਪੁਆਇੰਟਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕੁਛ ਧਿਆਨ ਦੇਣ ਯੋਗ ਨੁਕਤੇ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਵਧੀਆ ਚਿੱਤਰ ਵਰਣਨ ਕਰ ਸਕਦੇ ਹਾਂ। ਸਭ ਤੋਂ ਪਹਿਲਾ ਹੈ ਮੁੱਖ ਵਿਸ਼ਾ। ਚਿੱਤਰ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਚਿੱਤਰ ਦਾ ਮੁੱਖ ਵਿਸ਼ਾ ਕੀ ਹੈ। ਇਹ ਚਿੱਤਰ ਕਿਸ ਬਾਰੇ ਹੈ, ਇਹ ਚਿੱਤਰ ਵਿੱਚ ਕੀ ਦਿਖਾਇਆ ਗਿਆ ਹੈ। ਉਸ ਤੋਂ ਬਾਅਦ ਜਿਹੜਾ ਚਿੱਤਰ ਵਰਣਨ ਹੈ, ਇਸ ਵਿੱਚ ਕਲਾਤਮਕ ਸੋਚ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਕਿ ਇਸ ਤਸਵੀਰ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਕੀ ਕ੍ਰੀਏਟੀਵਿਟੀ ਆ ਰਹੀ ਹੈ, ਤੁਸੀਂ ਕੀ ਸੋਚ ਰਹੇ ਹੋ। ਇਸ ਵਿੱਚ ਤੁਹਾਡੀ ਕਲਾਤਮਕ ਸੋਚ ਦਾ ਪ੍ਰਗਟਾਵਾ ਵੀ ਹੁੰਦਾ ਚਿੱਤਰ ਵਰਣਨ ਵਿੱਚ। ਅਤੇ ਉਸ ਤੋਂ ਬਾਅਦ ਕਲਾਤਮਕਤਾ ਦਾ ਤਸਵੀਰ ਨਾਲ ਕੀ ਸੰਬੰਧ ਹੈ, ਜੋ ਤੁਹਾਡੇ ਮਨ ਵਿੱਚ ਵਿਚਾਰ ਆ ਰਹੇ ਹੈ ਉਸ ਦਾ ਇਸ ਤਸਵੀਰ ਨਾਲ ਕੀ ਸੰਬੰਧ ਹੈ। ਤੁਸੀਂ ਜੋ ਕੁਛ ਚਿੱਤਰ ਵਿੱਚ ਦਿਖਾਈ ਦੇ ਰਿਹਾ ਹੈ ਉਹਨੂੰ ਆਪਣੇ ਢੰਗ ਨਾਲ ਸੋਚਣਾ ਹੈ ਅਤੇ ਉਹਦੇ ਬਾਰੇ ਦੱਸਣਾ ਹੈ, ਕਿਉਂਕਿ ਕਿਸੇ ਵੀ ਚੀਜ਼ ਬਾਰੇ ਹਰ ਇੱਕ ਵਿਅਕਤੀ ਦੇ ਆਪਣੇ ਆਪਣੇ ਵਿਚਾਰ ਹੁੰਦੇ ਹੈ। ਅਤੇ ਉਸ ਤੋਂ ਬਾਅਦ ਜਿਹੜੀ ਧਿਆਨ ਰੱਖਣ ਯੋਗ ਗੱਲ ਹੈ ਉਹ ਹੈ ਕਿ ਜਿਹੜੇ ਤੁਸੀਂ ਵਾਕ ਬਣਾਓਗੇ, ਜਿਹੜੇ ਵਾਕ ਬਣਾਉਣੇ ਹੈ ਵਾਕ ਸਧਾਰਨ ਹੋਣੇ ਚਾਹੀਦੇ ਹੈ। ਬਣਤਰ ਦਾ ਧਿਆਨ ਰੱਖਣਾ, ਤੁਸੀਂ ਕੰਪਲੀਕੇਟਿਡ ਸੈਂਟੈਂਸ ਨਾ ਯੂਜ਼ ਕਰੋ। ਤੁਹਾਡੇ ਜਿਹੜੇ ਵਾਕ ਸਹੀ ਹੋਣੇ ਚਾਹੀਦੇ ਹੈ। ਸਹੀ ਮਤਲਬ ਵਿਆਕਰਨਿਕ ਦ੍ਰਿਸ਼ਟੀ ਤੋਂ ਵਾਕ ਸਹੀ ਹੋਣ। ਅਤੇ ਉਸ ਤੋਂ ਬਾਅਦ ਤੁਸੀਂ ਕੀ ਧਿਆਨ ਰੱਖਣਾ ਹੈ, ਸਹੀ ਸ਼ਬਦ ਜੋੜ। ਤੁਸੀਂ ਸ਼ਬਦਾਂ ਦਾ ਧਿਆਨ ਰੱਖਣਾ ਹੈ। ਜਿਹੜੇ ਤੁਸੀਂ ਸ਼ਬਦ ਵਰਤ ਰਹੇ ਹੋ ਨਾ ਬੇਟਾ, ਵਾਕ ਬਣਾਉਣ ਲੱਗਿਆਂ, ਚਿੱਤਰ ਦਾ ਵਰਣਨ ਕਰਨ ਲੱਗਿਆਂ ਜਿਹੜੇ ਤੁਸੀਂ ਸ਼ਬਦ ਵਰਤ ਰਹੇ ਹੋ ਉਹ ਤੁਸੀਂ ਸ਼ਬਦਾਂ ਦਾ ਧਿਆਨ ਰੱਖਣਾ ਹੈ। ਭਾਵ ਤੁਹਾਡੇ ਜਿਹੜੇ ਸਪੈਲਿੰਗ ਹੈ ਉਹ ਸਹੀ ਹੋਣੇ ਚਾਹੀਦੇ ਹੈ। ਗਲਤ ਸਪੈਲਿੰਗ ਨਹੀਂ ਪ੍ਰਯੋਗ ਕਰੋਗੇ। ਤੁਸੀਂ ਕਿੰਨਾ ਹੀ ਵਧੀਆ ਚਿੱਤਰ ਵਰਣਨ ਕਰ ਦਿਓ, ਜੇ ਤੁਹਾਡੇ ਸਪੈਲਿੰਗ ਗਲਤ ਹੋਣਗੇ ਤਾਂ ਥੋੜ੍ਹਾ ਗਲਤ ਇੰਪਰੈਸ਼ਨ ਪਏਗਾ ਵੀ ਇਹਨੂੰ ਸ਼ਬਦ ਹੀ ਲਿਖਣੇ ਨਹੀਂ ਆ ਰਹੇ। ਉਸ ਤੋਂ ਬਾਅਦ ਜਿਹੜੀ ਹੋਰ ਧਿਆਨ ਦੇਣ ਯੋਗ ਗੱਲ ਹੈ ਉਹ ਹੈ ਬਹੁਤ ਜ਼ਿਆਦਾ ਵਿਸਤਾਰ ਤੋਂ ਬਚੋ। ਤੁਸੀਂ ਚਿੱਤਰ ਵਰਣਨ ਕਰਨਾ ਹੈ ਅਤੇ ਮੇਨ ਪੁਆਇੰਟ ਲਿਖਣੇ ਹੈ। ਬਹੁਤ ਜ਼ਿਆਦਾ ਡਿਟੇਲ ਵਿੱਚ ਨਹੀਂ ਲਿਖਣਾ। ਤੁਸੀਂ ਹਰ ਚੀਜ਼ ਦੀ ਡਿਟੇਲ ਦੇਣ ਬੈਠ ਜਾਓ
ਇਹ ਨਹੀਂ ਕਰਨਾ, ਬਹੁਤ ਜ਼ਿਆਦਾ ਵਿਸਤਾਰ ਤੋਂ ਬਚਣਾ ਹੈ, ਮਤਲਬ ਬਹੁਤ ਜ਼ਿਆਦਾ ਡਿਟੇਲ ਨਹੀਂ ਲਿਖਣੀ। ਇਸ ਤੋਂ ਇਲਾਵਾ ਹੋਰ ਕੀ ਗੱਲਾਂ ਧਿਆਨ ਦੇਣ ਯੋਗ ਹਨ? ਸਥਾਨ। ਤੁਸੀਂ ਚਿੱਤਰ ਵਿੱਚ ਦੇਖਣਾ ਹੈ ਕਿ ਜਿਹੜੀ ਘਟਨਾ ਹੈ ਉਹ ਕਿਸ ਸਥਾਨ 'ਤੇ ਘਟ ਰਹੀ ਹੈ। ਚਿੱਤਰ ਵਿੱਚ ਜਿਹੜੇ ਕਿਸ ਸਥਾਨ ਦਾ ਉਹ ਚਿੱਤਰ ਹੈ। ਅਤੇ ਉਸ ਤੋਂ ਬਾਅਦ ਇੱਕ ਹੋਰ ਚੀਜ਼ ਜਿਹੜੀ ਦੇਖਣੀ ਹੈ ਉਹ ਹੈ ਕਿ ਉਸ ਚੀਜ਼ ਵਿੱਚ ਪਾਤਰ ਕਿਹੜੇ ਕਿਹੜੇ ਹਨ। ਭਾਵ ਚਿੱਤਰ ਵਿੱਚ ਕਿਹੜੇ ਕਿਹੜੇ ਪਾਤਰ ਦਿਖ ਰਹੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਉਹ ਪਾਤਰ ਮਨੁੱਖੀ ਹੀ ਹੋਣ, ਉਹ ਜੀਵ ਜੰਤੂ ਵੀ ਹੋ ਸਕਦੇ ਹੈ, ਪੇੜ ਪੌਦੇ ਵੀ ਹੋ ਸਕਦੇ ਹੈ, ਕੋਈ ਸਾਈਨ ਬੋਰਡ ਵੀ ਲੱਗਿਆ ਹੋ ਸਕਦਾ ਹੈ। ਤਾਂ ਉਸਦੇ ਪਾਤਰਾਂ ਬਾਰੇ ਦੱਸਣਾ ਹੈ। ਉਸ ਤੋਂ ਬਾਅਦ ਦੇਖਣਾ ਹੈ ਕੰਮ ਜਾਂ ਕਿਰਿਆ। ਉਸ ਤਸਵੀਰ ਵਿੱਚ, ਘਟਨਾ ਵਿੱਚ, ਦ੍ਰਿਸ਼ ਵਿੱਚ ਕੀ ਕੰਮ ਕੀਤਾ ਜਾ ਰਿਹਾ ਹੈ, ਕੀ ਕਿਰਿਆ ਵਾਪਰ ਰਹੀ ਹੈ, ਕੀ ਕੁਝ ਹੋ ਰਿਹਾ ਹੈ, ਇਹ ਵੀ ਤੁਸੀਂ ਉਸ ਤਸਵੀਰ ਵਰਣਨ ਵਿੱਚ ਧਿਆਨ ਨਾਲ ਦੇਖਣਾ ਹੈ ਅਤੇ ਲਿਖਣਾ ਹੈ। ਅਤੇ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ, ਸਮਾਂ। ਘਟਨਾ ਕਿਸ ਸਮੇਂ ਦੀ ਹੈ? ਸਵੇਰ ਵੇਲੇ ਦੀ ਹੈ, ਦੁਪਹਿਰ ਵੇਲੇ ਦੀ ਹੈ, ਸ਼ਾਮ ਵੇਲੇ ਦੀ ਹੈ, ਅੱਜ ਕੱਲ੍ਹ ਦੀ ਹੈ, ਪੁਰਾਣੇ ਸਮੇਂ ਦੀ ਹੈ। ਤਾਂ ਸਮੇਂ ਦਾ ਵੀ ਧਿਆਨ ਰੱਖਣਾ ਹੈ। ਅਗਰ ਤੁਹਾਨੂੰ ਪਤਾ ਚੱਲੇ ਤਾਂ ਤੁਸੀਂ ਸਮੇਂ ਬਾਰੇ ਵੀ ਲਿਖੋ। ਉਸ ਤੋਂ ਬਾਅਦ ਨਤੀਜਾ ਅਤੇ ਭਾਵਨਾਵਾਂ, ਦੋ ਚੀਜ਼ਾਂ ਆਉਂਦੀਆਂ ਹੈ ਕਿ ਉਹ ਚਿੱਤਰ ਨੂੰ ਦੇਖ ਕੇ ਤੁਸੀਂ ਕੀ ਕਨਕਲੂਜ਼ਨ ਕੱਢਿਆ। ਜੋ ਕਿਰਿਆ ਹੋ ਰਹੀ ਹੈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ, ਉਸ ਦਾ ਕੀ ਨਤੀਜਾ ਨਿਕਲਿਆ। ਅਤੇ ਉਸ ਤੋਂ ਬਾਅਦ ਤੁਸੀਂ ਧਿਆਨ ਦੇਣਾ ਹੈ ਕਿ ਚਿੱਤਰ ਨੂੰ ਵੇਖ ਕੇ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਆਈਆਂ। ਤੁਹਾਨੂੰ ਕੀ ਫੀਲ ਹੋ ਰਿਹਾ ਹੈ, ਵਧੀਆ ਫੀਲ ਹੋ ਰਿਹਾ, ਅੱਛਾ ਨਹੀਂ ਫੀਲ ਹੋ ਰਿਹਾ, ਤੁਸੀਂ ਇਹਦੇ ਬਾਰੇ ਵੀ ਲਿਖਣਾ ਹੈ। ਅਤੇ ਤੁਸੀਂ ਚਾਹੋ ਤਾਂ ਉਸ ਚਿੱਤਰ ਬਾਰੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ, ਜੇ ਕੋਈ ਸਮੱਸਿਆ ਹੈ ਤਾਂ ਉਸਦੇ ਸੁਝਾਅ ਵੀ ਦੇ ਸਕਦੇ ਹੋ। ਬੇਟਾ ਹੁਣ ਆਪਾਂ ਇੱਕ ਚਿੱਤਰ ਬਾਰੇ ਵਰਣਨ ਕਰਾਂਗੇ, ਚਿੱਤਰ ਦਾ ਵਰਣਨ ਕਰਾਂਗੇ। ਇੱਕ ਪ੍ਰੈਕਟਿਸ ਕਰ ਲੈਂਦੇ ਹਾਂ ਕਿ ਇਹ ਚਿੱਤਰ ਦਿਖਾਇਆ ਗਿਆ ਹੈ, ਇਹਦੇ ਵਿੱਚ ਇਸ ਚਿੱਤਰ ਨੂੰ ਦੇਖ ਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ, ਇਹਦਾ ਵਿਸ਼ਾ ਕੀ ਹੈ, ਇਹਦੇ ਵਿੱਚ ਤੁਸੀਂ ਆਪਣੀ ਕਲਾਤਮਕ ਸੋਚ ਕਿਵੇਂ ਦੇਣੀ ਹੈ, ਕਿਸ ਤਰ੍ਹਾਂ ਦੇ ਵਾਕ ਬਣਾਉਣੇ ਹੈ, ਕਿਸ ਤਰ੍ਹਾਂ ਦੇ ਸ਼ਬਦ ਜੋੜ ਪ੍ਰਯੋਗ ਕਰਨੇ ਹੈ, ਕਿੰਨਾ ਡਿਟੇਲ ਵਿੱਚ ਲਿਖਣਾ ਹੈ, ਕਿਸ ਸਮੇਂ ਦੀ ਘਟਨਾ ਹੈ, ਕਿਸ ਸਥਾਨ ਦੀ ਘਟਨਾ ਹੈ, ਪਾਤਰ ਕਿੰਨੇ ਹੈ, ਉਦੇਸ਼ ਕੀ ਹੈ ਇਹਦੇ ਵਿੱਚ ਕੀ ਕਿਰਿਆ ਹੋ ਰਹੀ ਹੈ, ਕੀ ਭਾਵਨਾਵਾਂ ਤੁਹਾਨੂੰ ਮਹਿਸੂਸ ਹੋ ਰਹੀਆਂ ਹਨ, ਇਹਦੇ ਚਿੱਤਰ ਬਾਰੇ ਤੁਸੀਂ ਦੱਸਣਾ ਹੈ। ਜਿਵੇਂ ਇਹ ਤਸਵੀਰ ਬਸੰਤ ਦੇ ਤਿਉਹਾਰ ਨਾਲ ਸੰਬੰਧਿਤ ਹੈ। ਬਸੰਤ ਦੇ ਤਿਉਹਾਰ ਸਮੇਂ ਪਤੰਗ ਉਡਾਉਣ ਨਾਲ ਸੰਬੰਧਿਤ ਹੈ। ਇਸ ਤਸਵੀਰ ਵਿੱਚ ਕੀ ਦਿਖਾਇਆ ਗਿਆ ਹੈ ਕਿ ਬਸੰਤ ਦਾ ਸਮਾਂ ਹੈ ਅਤੇ ਪਤੰਗਬਾਜ਼ੀ ਹੋ ਰਹੀ ਹੈ। ਫਿਰ ਉਸ ਤੋਂ ਬਾਅਦ ਦੇਖਣਾ ਤਸਵੀਰ ਵਿੱਚ ਕੀ ਨਜ਼ਰ ਆ ਰਿਹਾ ਹੈ। ਤਸਵੀਰ ਵਿੱਚ ਨਜ਼ਰ ਆ ਰਹੀਆਂ ਇਮਾਰਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਕਿਸੇ ਸ਼ਹਿਰ ਦੀ ਤਸਵੀਰ ਹੈ ਨਾ। ਸਥਾਨ ਬਾਰੇ ਪਤਾ ਚੱਲ ਗਿਆ ਨਾ, ਕਿਸ ਸਥਾਨ ਦੀ ਹੈ, ਸ਼ਹਿਰ ਦੀ ਹੈ। ਔਰ ਇਹਦੇ 'ਚ ਇਮਾਰਤਾਂ ਦਿਖ ਰਹੀਆਂ, ਆਪਾਂ ਨੂੰ ਪਤਾ ਚੱਲਦਾ ਕਿ ਸ਼ਹਿਰ ਵਿੱਚ ਇਹ ਪਤੰਗ ਉਡਾਇਆ ਜਾ ਰਿਹਾ ਹੈ। ਤਸਵੀਰ ਵਿੱਚ ਮਕਾਨ ਦੀ ਛੱਤ ਉੱਪਰ 4 ਮੁੰਡੇ ਹਨ। ਕਿੰਨੇ ਜਣੇ ਦਿਖਾਏ ਗਏ ਹਨ? 4 ਮੁੰਡੇ ਦਿਖਾਏ ਗਏ ਹਨ। ਫਿਰ 3 ਮੁੰਡੇ ਖੜੇ ਹਨ ਅਤੇ 1 ਮੁੰਡਾ ਬੈਠਿਆ ਹੋਇਆ ਹੈ। 3 ਖੜੇ ਹਨ, 1 ਬੈਠਾ ਹੋਇਆ ਹੈ। ਉਸ ਤੋਂ ਬਾਅਦ ਆਪਣੀ ਪਤੰਗ ਦੀਆਂ ਤਨਾਵਾਂ ਠੀਕ ਕਰ ਰਿਹਾ ਹੈ। ਪਤੰਗ ਵਿੱਚ ਜਿੱਥੇ ਡੋਰ ਬੰਨ੍ਹੀ ਜਾਂਦੀ ਹੈ ਉਹਨੂੰ ਠੀਕ ਉਹ ਕਰ ਰਿਹਾ ਹੈ। ਉਸ ਤੋਂ ਬਾਅਦ ਅਸਮਾਨ ਵਿੱਚ ਇੱਕ ਪਤੰਗ ਉੱਡ ਰਿਹਾ ਹੈ। ਇੱਕ ਮੁੰਡਾ ਹੱਥ ਪਤੰਗ ਦੀ ਡੋਰ ਅਤੇ ਦੂਸਰੇ ਦੇ ਹੱਥ ਡੋਰ ਵਾਲੀ ਚਰਖੜੀ ਹੈ ਨਾ। ਇਹ ਵੀ ਦਿਖਾਇਆ ਜਾ ਰਿਹਾ ਨਾ ਇਹਦੇ ਵਿੱਚ ਕਿ ਇੱਕ ਮੁੰਡੇ ਦੇ ਹੱਥ ਵਿੱਚ ਪਤੰਗ ਦੀ ਡੋਰ ਅਤੇ ਦੂਸਰੇ ਦੇ ਹੱਥ ਵਿੱਚ ਚਰਖੜੀ ਫੜੀ ਹੋਈ ਹੈ, ਜਿਹਦੇ 'ਤੇ ਡੋਰ ਲਪੇਟੀ ਹੁੰਦੀ ਹੈ। ਇੱਕ ਹੋਰ ਲੜਕਾ ਹੋਰ ਪਾਸੇ ਵੇਖ ਰਿਹਾ ਹੈ। ਜਿਹੜਾ ਇਸ ਲੜਕੇ ਦਾ ਧਿਆਨ ਹੈ ਕਿਸੇ ਹੋਰ ਪਾਸੇ ਵੱਲ ਹੈ। ਅਤੇ
ਤਸਵੀਰ ਵਿੱਚ ਇੱਕ ਇਮਾਰਤ ਉੱਪਰ ਝੰਡਾ ਲਹਿਰਾ ਰਿਹਾ ਹੈ। ਆਪਾਂ ਨੂੰ ਦਿਖ ਰਿਹਾ ਹੈ ਝੰਡਾ ਦਿਖ ਰਿਹਾ ਹੈ। ਇਹਦੇ ਵਿੱਚ ਨਾ ਸਾਰੇ ਮੁੰਡੇ ਹੀ ਆਪੋ ਆਪਣੇ ਕੰਮ ਵਿੱਚ ਰੁੱਝੇ ਹੋਏ ਹਨ। ਇੰਜੇ ਪਤੰਗ ਉਡਾ ਕੇ ਤਿਉਹਾਰ ਮਨਾਉਣ ਨਾਲ ਸੰਬੰਧਿਤ ਸੁੰਦਰ ਤਸਵੀਰ ਹੈ। ਮਤਲਬ ਇਹਦੇ ਵਿੱਚ ਕੀ ਦਿਖਾਇਆ ਗਿਆ ਹੈ, ਸਾਰੀਆਂ ਚੀਜ਼ਾਂ ਆਪਾਂ ਇਹਦੇ 'ਚ ਕਵਰ ਕਰ ਲੈਣੀਆਂ ਕਿ ਵਿਸ਼ਾ ਕੀ ਹੈ। ਇਹਦੇ ਵਿੱਚ ਤਿਉਹਾਰ ਮਨਾਉਣ ਦਾ ਵਿਸ਼ਾ ਹੈ। ਆਪਾਂ ਆਪਣੀ ਕ੍ਰੀਏਟੀਵਿਟੀ ਨਾਲ ਦੱਸ ਸਕਦੇ ਹਾਂ ਕਿ ਇਹ ਮੁੰਡੇ ਦੋਸਤ ਹੋਣਗੇ, ਸਾਰੇ ਦੋਸਤ ਮਿਲ ਕੇ ਇਹ ਪਤੰਗ ਉਡਾ ਰਹੇ ਹਨ, ਤਿਉਹਾਰ ਮਨਾ ਰਹੇ ਹਨ। ਅਤੇ ਵਾਕ ਆਪਾਂ ਜਿਹੜੇ ਬਣਾਉਣੇ ਹੈ ਸਧਾਰਨ ਜਿਹੇ ਵਾਕ ਪ੍ਰਯੋਗ ਕੀਤੇ ਹੈ, ਸਪੈਲਿੰਗ ਦਾ ਵੀ ਧਿਆਨ ਰੱਖਿਆ। ਇਸ ਤੋਂ ਬਾਅਦ ਬਹੁਤ ਜ਼ਿਆਦਾ ਆਪਾਂ ਡਿਟੇਲ ਨਹੀਂ ਲਿਖੀ, ਸਥਾਨ ਦੱਸ ਦਿੱਤਾ ਕਿ ਘਟਨਾ ਕਿੱਥੇ ਦੀ ਹੈ, ਸ਼ਹਿਰ ਦੀ ਹੈ। ਸਮਾਂ ਆਪਾਂ ਨੂੰ ਐਂ ਲੱਗ ਰਿਹਾ ਹੈ ਕਿ ਦਿਨ ਦਾ ਸਮਾਂ ਹੈ ਇਹ। ਪਾਤਰ ਕਿੰਨੇ ਹੈ, 4 ਪਾਤਰ ਹੈ। क्रिया की हो रही है, पतंग उड़ाया जा रहा है। तो अपन की महसूस हो रहा है कि यह त्यौहार मनाने बारे है। नतीजा ये निकल रहा, भावनावां की है कि त्यौहार जिहड़े हैं मिलजुल के मनाने चाहिए है। ठीक है बेटा, तुसी ना एक 2 तस्वीरां लैके या कोई दृश्य लैके उन्हों का वर्णन करना है, इहदी प्रैक्टिस करनी है ਤਾਂ ਕਿ ਤੁਸੀਂ ਅੱਛੇ ਨੰਬਰ ਲੈ ਸਕੋ, ਚੰਗੇ ਨੰਬਰ ਲੈ ਸਕੋ। ਧੰਨਵਾਦ।